ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਸਾਨੂੰ ਲੋੜਾਂ ਤੇਰੀਆਂ ਸਾਨੂੰ ਲੋੜਾਂ ਤੇਰੀਆਂ ਲੋੜਾਂ ਤੇਰੀਆਂ
ਆਜਾ ਸਤਿਗੁਰ ਮੇਰੇ ਲੋੜਾਂ ਤੇਰੀਆਂ ਸਾਨੂੰ ਲੋੜਾਂ ਤੇਰੀਆਂ ਜੀ ਆਜਾ ਸਤਿਗੁਰ ਮੇਰੇ ਲੋੜਾਂ ਤੇਰੀਆਂ ਸਾਨੂੰ ਲੋੜਾਂ ਤੇਰੀਆਂ ਜੀ ਆਜਾ ਸਤਿਗੁਰ ਮੇਰੇ ਸਾਨੂੰ ਲੋੜਾਂ ਤੇਰੀਆਂ ਸਾਨੂੰ ਲੋੜਾਂ ਤੇਰੀਆਂ ਲੋੜਾਂ ਤੇਰੀਆਂ ਨੇ ਸਾਨੂੰ ਲੋੜਾਂ ਤੇਰੀਆਂ ਲੋੜਾਂ ਤੇਰੀਆਂ ਸਾਨੂੰ ਲੋੜਾਂ ਤੇਰੀਆਂ ਲੋੜਾਂ ਤੇਰੀਆਂ ਲੋੜਾਂ ਤੇਰੀਆਂ ਸਾਨੂੰ ਲੋੜਾਂ ਤੇਰੀਆਂ ਓ ਲੋੜਾਂ ਤੇਰੀਆਂ ਲੋੜਾਂ ਤੇਰੀਆਂ ਲੋੜਾਂ ਤੇਰੀਆਂ ਸਾਨੂੰ ਲੋੜਾਂ ਤੇਰੀਆਂ ਆਜਾ ਸਤਿਗੁਰ ਮੇਰੇ ਆਜਾ ਸਤਿਗੁਰ ਮੇਰੇ ਸਾਨੂੰ ਲੋੜਾਂ ਤੇਰੀਆਂ ਆਜਾ ਸਤਿਗੁਰ ਮੇਰੇ ਸਾਨੂੰ ਲੋੜਾਂ ਤੇਰੀਆਂ ਜੀ ਆਜਾ ਸਤਿਗੁਰ ਮੇਰੇ ਸਾਨੂੰ ਲੋੜਾਂ ਤੇਰੀਆਂ 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 ਵਾਹਿਗੁਰੂ 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 ਨਾਨਕ ਮਨ ਤਨ ਚਾਓ 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 ਨਿਤ ਪ੍ਰਭ ਕੋ ਲੋੜੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ करो जी कृपा सारी संगत बोलो नाल नाल वाहिगुरू 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 जी लेख बदलदी वेखी हाँ लेख बदलदी देखी धूड़ तेरे दर दी मैं लेख बदलदी देखी धूड़ तेरे दर दी मैं लेख बदलदी देखी धूड़ तेरे दर दी मैं लेख बदलदी देखी तेरे दर दी मैं जी लेख बदलदी देखी तूड़ तेरे दर दी मैं हाँ लेख बदलदी वेखी तूड़ तेरे दर दी मैं लेख बदलदी देखी तूड़ तेरे दर दी मैं लेख बदलदी देखी तूड़ तेरे दर दी मैं शान नराली देखी जी शान नराली वेखी तेरे घर दी मैं शान नराली वेखी तेरे घर दी मैं शान नराली देखी तेरे घर दी मैं शान नराली वेखी तेरे घर दी मैं बंद बंद कटवा गए तन चरवा गए 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 बंद कटवा गए तन चरवा गए बंद बंद कटवा गए तन चरवा गए लगियां वाले लेखे ला गए
ਲਗੀਆਂ ਵਾਲੇ ਲੇਖੇ ਲਾਗੇ, ਲੱਗੀਆਂ ਵਾਲੇ ਲੇਖੇ ਲਾਗੇ, ਲੱਗੀਆਂ ਵਾਲੇ ਲੇਖੇ ਲਾਗੇ। ਬੰਦ ਬੰਦ ਕਟਵਾ ਗਏ ਤਨ ਚਰਵਾ ਗਏ, ਬੰਦ ਬੰਦ ਕਟਵਾ ਗਏ ਤਨ ਚਰਵਾ ਗਏ, ਬੰਦ ਕਟਵਾ ਗਏ ਚਰਵਾ ਗਏ, ਬੰਦ ਕਟਵਾ ਗਏ ਤਨ ਚਰਵਾ ਗਏ। ਲਗੀਆਂ ਵਾਲੇ ਲੇਖੇ ਲਾਗੇ, ਲਗੀਆਂ ਵਾਲੇ ਲੇਖੇ ਲਾਗੇ, ਲੱਗੀਆਂ ਵਾਲੇ ਲੇਖੇ ਲਾਗੇ, ਲੱਗੀਆਂ ਵਾਲੇ ਲੇਖੇ ਲਾਗੇ। ਯੋਧਿਆਂ ਕੋਲੋਂ ਦੇਖੀ ਹੋਣੀ ਵੀ ਹਰਦੀ ਮੈਂ, ਯੋਧਿਆਂ ਕੋਲੋਂ ਵੇਖੀ ਹੋਣੀ ਵੀ ਹਰਦੀ ਮੈਂ, ਯੋਧਿਆਂ ਕੋਲੋਂ ਦੇਖੀ ਹੋਣੀ ਵੀ ਹਰਦੀ ਮੈਂ, ਯੋਧਿਆਂ ਕੋਲੋਂ ਦੇਖੀ ਹੋਣੀ ਵੀ ਹਰਦੀ ਮੈਂ। ਧੂੜ ਬਦਲਦੀ ਲਾਜੀ ਲੇਖ ਬਦਲਦੀ ਵੇਖੀ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਉਹ ਲੇਖ ਬਦਲਦੀ ਵੇਖ ਤੇਰੇ ਦਰ ਦੀ ਮੈਂ, ਉਹ ਲੇਖ ਬਦਲਦੀ ਵੇਖ ਧੂੜ ਤੇਰੇ ਦਰ ਦੀ ਮੈਂ। ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਉਹ ਲੇਖ ਬਦਲਦੀ ਵੇਖ ਧੂੜ ਤੇਰੇ ਦਰ ਦੀ ਮੈਂ। ਈਸ਼ਾਨ ਨਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਰਾਲੀ ਦੇਖੀ ਤੇਰੇ ਘਰ ਦੀ ਮੈਂ, ਉਹ ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ। ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਉਹ ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ। ਬੰਦ ਬੰਦ ਕਟਵਾ ਗਏ ਤਨ ਚਰਵਾ ਗਏ, ਬੰਦ ਬੰਦ ਕਟਵਾ ਗਏ ਤਨ ਚਰਵਾ ਗਏ, ਬੰਦ ਕਟਵਾ ਗਏ ਤਨ ਚਰਵਾ ਗਏ, ਬੰਦ ਕਟਵਾ ਗਏ ਤਨ ਚਰਵਾ ਗਏ। ਜੀ ਲਗੀਆਂ ਵਾਲੇ ਲੇਖੇ ਲਾ ਗਏ, ਲਗੀਆਂ ਵਾਲੇ ਲੇਖੇ ਲਾ ਗਏ, ਲੱਗੀਆਂ ਵਾਲੇ ਲੇਖੇ ਲਾਗੇ, ਲੱਗੀਆਂ ਵਾਲੇ ਲੇਖੇ ਲਾਗੇ। ਯੋਧਿਆਂ ਕੋਲੋਂ ਵੇਖੀ ਹੋਣੀ ਵੀ ਹਰਦੀ, ਲੇਖ ਬਦਲਦੀ ਹਾਂ ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ। ਗੁਰੂ ਜੀ ਕੀ ਸਾਜੀ ਔਰ ਨਵਾਜੀ ਹੋਈ ਸਤ ਸੰਗਤ ਜੀ, ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹਰ ਵਾਰ ਦੀ ਤਰ੍ਹਾਂ ਸਤਿਗੁਰੂ ਨੇ ਇਸ ਵਾਰ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ।
ਸਤਿਗੁਰੂ ਨੇ ਆਪਣੀ ਹਜ਼ੂਰੀ ਵਿੱਚ ਬੈਠ ਕੇ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ। ਉਹ ਰਲ ਮਿਲ ਕੇ ਲਾਹਾ ਲੈਣ ਦਾ ਯਤਨ ਕਰੀਏ, ਸਤਿਗੁਰੂ ਦੇ ਦਰਬਾਰ ਵਿੱਚ ਆਈਏ। ਤੇ ਜੇ ਸਾਡੇ ਲੇਖ ਹੀ ਨਾ ਬਦਲਣ, ਜੇ ਸਾਡੇ ਕਰਮ ਹੀ ਨਾ ਬਦਲਣ, ਕੰਮ ਫੇਰ ਉਹੀ ਰਹਿਣ, ਮੱਥੇ ਵੀ ਟੇਕੀ ਜਾਈਏ, ਨਮਸਕਾਰਾਂ ਵੀ ਕਰੀ ਜਾਈਏ, ਪਰ ਕਰਮ ਨਾ ਬਦਲੇ, ਫਿਰ ਫਾਇਦਾ ਨਹੀਂ। ਸਤਿਗੁਰੂ ਦੀ ਧੂੜ ਨੂੰ ਆਪਣੇ ਮਸਤਕ ਤੇ ਲਾਈਏ, ਭਾਵ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਕਮਾਉਣ ਦਾ ਯਤਨ ਕਰੀਏ, ਤਾਂ ਲਾਭ ਹੈ, ਤਾਂ ਫਾਇਦਾ ਹੈ। ਸਤਿਗੁਰੂ ਦੀ ਬਾਣੀ ਥਾਂ ਥਾਂ ਤੇ ਬਾਰ-ਬਾਰ ਸਾਨੂੰ ਸਮਝਾਉਂਦੀ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਇਹੋ ਜਿਹਾ ਗਿਆਨ ਦਾ ਸੁਰਮਾ ਸਤਿਗੁਰੂ ਸਾਡੀਆਂ ਅੱਖਾਂ 'ਚ ਪਾਉਂਦੇ ਨੇ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗਿਆਨ ਸਮਝ ਸੋਝੀ ਆ ਜਾਣੀ, ਇਹ ਸਾਡਾ ਮੇਨ ਮਕਸਦ ਹੈ ਸਤਿਗੁਰੂ ਦੇ ਦਰਬਾਰ ਵਿੱਚ ਆਣ ਕੇ ਬਾਣੀ ਨੂੰ ਸੁਣਨ ਦਾ, ਸਮਝਣ ਦਾ। ਇਹੀ ਨਹੀਂ ਵੀ ਇਕੱਲਾ ਨਮਸਕਾਰ ਕੀਤੀ ਤੇ ਘਰ ਨੂੰ ਮੁੜ ਗਏ, ਮੱਥਾ ਟੇਕਿਆ, ਚੜਾਵਾ ਚੜਾਇਆ ਤੇ ਘਰ ਨੂੰ ਚਲੇ ਗਏ, ਇਹ ਮਕਸਦ ਨਹੀਂ ਸਾਡਾ। ਮੈਂ ਬੜੀ ਵਾਰੀ ਬੇਨਤੀ ਕਰਦਾ, ਕੋਈ ਬੱਚਾ ਸਕੂਲਾਂ ਵਿੱਚ, ਆਪਾਂ ਬੱਚੇ ਜਾਂਦੇ ਨੇ ਸਕੂਲ ਵਿੱਚ, ਉਹ ਹਾਜ਼ਰੀ ਪੂਰੀ ਲਵਾਵੇ, ਆਪਣੀ ਕਲਾਸ ਵਿੱਚ ਹਾਜ਼ਰ, ਇੱਕ ਦਿਨ ਵੀ ਗੈਰ ਹਾਜ਼ਰ ਨਾ ਹੋਵੇ, ਹਰ ਰੋਜ਼ ਹਾਜ਼ਰੀ ਉਹਦੀ ਲੱਗਦੀ ਹੋਵੇ, ਹਰ ਰੋਜ਼ ਪ੍ਰੈਜ਼ੈਂਟ ਹੁੰਦਾ ਹੋਵੇ, ਹਾਜ਼ਰ ਹੁੰਦਾ ਹੋਵੇ। ਟੀਚਰ ਦਾ ਸਤਿਕਾਰ ਵੀ ਬੜਾ ਕਰਦਾ ਹੋਵੇ, ਟੀਚਰ ਆਵੇ ਉੱਠ ਕੇ ਖੜਾ ਵੀ ਹੋ ਜਾਂਦਾ ਹੈ, ਉਹਨੂੰ ਸਤਿ ਸ੍ਰੀ ਅਕਾਲ ਵੀ ਬੁਲਾਉਂਦਾ, ਉਹਦਾ ਸਤਿਕਾਰ ਵੀ ਪੂਰਾ ਕਰਦਾ ਹੈ। ਹੁਣ ਹਾਜ਼ਰ ਵੀ ਪੂਰਾ ਹੈ, ਟੀਚਰ ਦਾ ਮਨ ਵਿੱਚ ਸਤਿਕਾਰ ਵੀ ਬੜਾ ਹੈ, ਪਰ ਜੇ ਪੜ੍ਹਾਈ ਨਹੀਂ ਕਰਦਾ ਫਿਰ ਉਹ ਪਾਸ ਨਹੀਂ ਹੋ ਸਕਦਾ। ਆਹੀ ਹਾਲ ਹੈ ਸਾਡਾ, ਮੱਥਾ ਆਪਾਂ ਟੇਕਨੇ ਆ, ਸਤਿਗੁਰੂ ਦਾ ਸਤਿਕਾਰ ਕਰਨੇ ਆ, ਹਾਜ਼ਰੀ ਵੀ ਪੂਰੀ ਭਰਨੇ ਆ, ਪਰ ਜੇ ਅਸੀਂ ਜੋ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਜੇ ਉਹਨੂੰ ਆਪਣੇ ਪੱਲੇ ਨਹੀਂ ਨਾ ਬੰਨ੍ਹਦੇ, ਫਿਰ ਉਹਨਾਂ ਫਾਇਦਾ, ਉਹਨਾਂ ਲਾਭ ਨਹੀਂ। ਲਾਭ ਤੇ ਤਾਂ ਹੋਣਾ ਜੇ ਸਤਿਗੁਰੂ ਦੇ ਬਚਨਾਂ ਨੂੰ ਆਪਾਂ ਸੁਣੀਏ, ਸਮਝੀਏ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਿਆਂ ਕਿੰਨੇ ਸਾਲ ਹੋ ਗਏ ਨੇ, ਪਰ ਇਹ ਸਾਨੂੰ ਪਤਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਕਹਿੰਦੀ ਕੀ ਹੈ, ਸਮਝਾਉਂਦੀ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕੀ ਲਿਖਿਆ ਹੋਇਆ, ਕੀ ਸਾਨੂੰ ਉਹ ਸੰਦੇਸ਼ ਕੀ ਦੇਣਾ ਚਾਹ ਰਹੇ ਨੇ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਿਹਨੂੰ ਮੱਥਾ ਟੇਕ ਰਹੇ ਆ ਉਹ ਸਾਨੂੰ ਕਹਿ ਕੀ ਰਿਹਾ, ਇਹ ਵੀ ਤੇ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਲਾਭ ਹੈ, ਤਾਂ ਹੀ ਫਾਇਦਾ। ਸੋ ਸਤ ਸੰਗਤ ਜੀ, ਇਹੀ ਸਤਿਗੁਰੂ ਦੇ ਦਰਬਾਰ ਵਿੱਚ ਆਈਏ ਤੇ ਮਨ ਬਣਾ ਕੇ ਆਈਏ, ਆਪਾਂ ਕੁਝ ਸਿੱਖਣ ਵਾਸਤੇ ਚੱਲੇ ਹਾਂ, ਕੁਝ ਸੇਧ ਲੈਣ ਵਾਸਤੇ, ਗੁਰਬਾਣੀ ਤੋਂ ਆਪਾਂ ਸਮਝ ਲੈਣ ਵਾਸਤੇ ਚੱਲੇ ਹਾਂ। ਇਹੋ ਜਿਹਾ ਗਿਆਨ ਦੀਆਂ ਅੱਖਾਂ ਸਤਿਗੁਰੂ ਦਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰ ਪੱਖ ਤੋਂ ਸਾਨੂੰ ਸੁਚੇਤ ਕਰਦੀ ਹੈ, ਸਮਝਾਉਂਦੀ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਕੱਲਾ ਪੜ੍ਹਨਾ ਨਹੀਂ ਵੀ ਮੈਂ ਇੰਨੇ ਪਾਠ ਕਰ ਲੈਣਾ, ਰੋਜ਼ ਮੈਂ ਇੰਨੀ ਬਾਣੀ ਪੜ੍ਹ ਲੈਣਾ, ਇਹੀ ਨਹੀਂ ਸਮਝਣਾ ਵੀ। ਇੱਕ ਜੰਗਲ ਵਿੱਚ ਤੋਤੇ ਬਹੁਤ ਰਹਿੰਦੇ ਸਨ। ਉਹ ਤੋਤਿਆਂ ਨੇ ਬਹੁਤ ਜ਼ਿਆਦਾ ਉੱਥੇ ਤੋਤੇ ਰਹਿੰਦੇ ਸਨ। ਉੱਥੇ ਸ਼ਿਕਾਰੀ ਆ ਗਿਆ। ਹੁਣ ਜਦੋਂ ਸ਼ਿਕਾਰੀ ਆਇਆ, ਉਹਨੇ ਜਾਲ ਪਾਉਣਾ ਸ਼ੁਰੂ ਕੀਤਾ। ਜਾਲ ਦੇ ਵਿੱਚ ਉਹਨੇ ਦਾਣੇ ਖਿਲਾਰ ਦੇਣੇ, ਤੇ ਜਿਹੜੇ ਤੋਤੇ ਉੱਥੇ ਉੱਡਦੇ ਸਨ ਉਹਨਾਂ ਨੇ ਵੇਖਣਾ ਦਾਣੇ ਪਏ ਨੇ, ਜਾਲ ਦੇਖਣਾ ਹੀ ਨਾ, ਤੇ ਆਣ ਕੇ ਜਾਲ ਦੇ ਵਿੱਚ ਉੱਤੇ ਬਹਿ ਜਾਣਾ, ਦਾਣੇ ਖਾਣ ਲੱਗ ਜਾਣਾ। ਸ਼ਿਕਾਰੀ ਨੇ ਆਉਣਾ, ਜਾਲ ਆਪਣਾ ਸਮੇਟਣਾ, ਤੋਤੇ ਫੜ ਕੇ ਲੈ ਜਾਣੇ। ਉਹ ਤੋਤਿਆਂ ਦਾ ਜਿਹੜਾ ਸਰਦਾਰ ਸੀ, ਉਹਨੇ ਸੋਚਿਆ ਵੀ ਇਦਾਂ ਤੇ ਸਾਰੇ ਖਤਮ ਹੋ ਜਾਣਗੇ, ਅਸੀਂ ਥੋੜੇ ਹੀ ਰਹਿ ਜਾਾਂਗੇ, ਬਚਣਾ ਹੀ ਕੋਈ ਨਹੀਂ, ਸ਼ਿਕਾਰੀ ਆ ਗਿਆ, ਸਾਡੀ ਤੇ ਨਸਲ ਖਤਮ ਹੋ ਜਾਏਗੀ, ਇਹਨੂੰ ਬਚਾਉਣ ਦਾ ਤਰੀਕਾ ਕੋਈ ਕਰੀਏ। ਉਹਨਾਂ ਕਿਸੇ ਸਿਆਣੇ ਆਦਮੀ ਨੂੰ ਪੁੱਛਿਆ, ਕਹਿੰਦੇ ਜੀ ਇਦਾਂ ਸ਼ਿਕਾਰੀ ਆ ਗਿਆ ਸਾਡੇ ਜੰਗਲ ਵਿੱਚ, ਕੀ ਕਰੀਏ, ਕਿੱਦਾਂ ਬਚੀਏ ਉਹਦੇ ਕੋਲੋਂ? ਉਹ ਕਹਿੰਦਾ ਤੁਸੀਂ ਇਦਾਂ ਕਰੋ, ਮੈਂ ਤੁਹਾਨੂੰ ਇੱਕ ਗਿਆਨ ਦੀ ਗੱਲ ਦੱਸ ਦੇਣਾ, ਸਾਰੇ ਤੋਤਿਆਂ ਨੂੰ ਇਹ ਗਿਆਨ ਦੀ ਗੱਲ ਜਾ ਕੇ ਸਮਝਾ ਦਿਓ। ਕੀ ਕਹਿੰਦੇ? ਸਾਰੇ ਤੋਤਿਆਂ ਨੂੰ ਇਹ ਯਾਦ ਕਰਾ ਦਿਓ। ਕੀ ਕਹਿੰਦੇ? ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਫਸਣਾ ਨਹੀਂ। ਉਹ ਕਹਿੰਦੇ ਜੀ ਠੀਕ ਆ। ਉਹ ਸਾਰੇ ਰਾਹ ਇਦਾਂ ਹੀ ਬੋਲਦਾ ਆਇਆ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਪਰ ਫਸਣਾ ਨਹੀਂ। ਉਹ ਇਦਾਂ ਹੀ ਜਦੋਂ ਆਇਆ ਬੋਲਦਾ, ਉਹਨੇ ਆਣ ਕੇ ਸਾਰੇ ਤੋਤੇ ਇਕੱਠੇ ਕੀਤੇ,
ਉਹਨਾਂ ਨੂੰ ਸੁਣਾਇਆ, ਕਹਿੰਦਾ ਆ ਜਿਹੜੀ ਮੈਂ ਗੱਲ ਬੋਲ ਰਿਹਾ ਇਹਨੂੰ ਯਾਦ ਕਰ ਲਓ। ਹੁਣ ਯਾਦ ਕਰ ਲਿਆ ਵੀ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਫਸਣਾ ਨਹੀਂ। ਸਾਰਿਆਂ ਨੂੰ ਯਾਦ ਹੋ ਗਿਆ। ਅਗਲੇ ਦਿਨ ਫੇਰ ਸ਼ਿਕਾਰੀ ਆਇਆ। ਉਹ ਸਾਰੇ ਤੋਤੇ ਰੁੱਖਾਂ ਤੇ ਚੜੇ ਬੋਲਦੇ ਨੇ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਫਸਣਾ ਨਹੀਂ। ਸਾਰੇ ਇੰਨਾ ਉੱਚੀ ਉੱਚੀ ਬੋਲਦੇ। ਸ਼ਿਕਾਰੀ ਬੜਾ ਪਰੇਸ਼ਾਨ ਹੋਇਆ, ਕਹਿੰਦਾ ਇਹਨਾਂ ਇਹੀ ਤੇ ਮੇਰੀ ਰੋਜੀ ਰੋਟੀ ਸੀ, ਇਹਨਾਂ ਨੂੰ ਮੈਂ ਫੜਦਾ ਸੀ, ਜਾ ਕੇ ਵੇਚਦਾ ਸੀ, ਤੇ ਹੁਣ ਕੰਮ ਕਿੱਦਾਂ ਚੱਲੇਗਾ? ਇਹ ਤਾਂ ਸਾਰੇ ਹੀ ਸਿਆਣੇ ਹੋ ਗਏ ਨੇ, ਬੋਲਣ ਲੱਗ ਪਏ ਨੇ। ਉਹਨੇ ਜਾਲ ਤੇ ਵਿਛਾਇਆ, ਕਹਿੰਦਾ ਕਿਉਂ ਦਾਣੇ ਖਰਾਬ ਕਰਨੇ ਨੇ, ਇਹਨਾਂ ਨੂੰ ਤੇ ਪਤਾ ਲੱਗ ਗਿਆ, ਸਮਝ ਲੱਗ ਗਈ ਹੈ, ਗਿਆਨਵਾਨ ਹੋ ਗਏ ਨੇ ਤੋਤੇ। ਫਿਰ ਕਈ ਦਿਨ ਇਦਾਂ ਹੀ ਲੰਘ ਗਏ। ਉਹੀ ਸਿਆਣਾ ਬੰਦਾ ਉਹਨੂੰ ਸ਼ਿਕਾਰੀ ਨੂੰ ਮਿਲਿਆ। ਉਹਨੇ ਦੱਸਿਆ, ਕਹਿੰਦੇ ਜੀ ਪਹਿਲਾਂ ਮੈਂ ਇਦਾਂ ਤੋਤੇ ਫੜ ਲੈਂਦਾ ਸੀ, ਵੇਚ ਦਿੰਦਾ ਸੀ, ਹੁਣ ਉਹਨਾਂ ਨੂੰ ਸਮਝ ਲੱਗ ਗਈ ਹੈ। ਹੁਣ ਉਹ ਕਹਿੰਦੇ ਨੇ ਵੀ ਮੈਂ ਜਾਣਾ, ਤੇ ਪਹਿਲਾਂ ਹੀ ਸਾਰੇ ਰੌਲਾ ਪਾਉਣ ਲੱਗ ਜਾਂਦੇ ਨੇ ਵੀ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ। ਕਹਿੰਦੇ ਉਹਨਾਂ ਨੂੰ ਸਮਝ ਲੱਗ ਗਈ ਹੈ, ਹੁਣ ਮੈਂ ਕੀ ਕਰਾਂ? ਕਹਿੰਦੇ ਕੋਈ ਨਹੀਂ, ਤੂੰ ਆਪਣਾ ਕਰਮ ਕਰ, ਜੋ ਤੇਰਾ ਕੰਮ ਹੈ ਤੂੰ ਉਹ ਕਰ, ਜੋ ਉਹਨਾਂ ਦਾ ਕੰਮ ਹੈ ਤੂੰ ਉਹਨਾਂ ਦੇ ਛੱਡ ਦੇ, ਉਹਨਾਂ ਨੂੰ ਕਰਨ ਦੇ। ਤੂੰ ਆਪਣਾ ਜਾਲ ਵਿਛਾਇਆ ਕਰ, ਦਾਣਾ ਪਾਇਆ ਕਰ। ਅਗਲੇ ਦਿਨ ਫਿਰ ਸ਼ਿਕਾਰੀ ਨੇ ਜਦੋਂ ਜਾਲ ਵਿਛਾਇਆ ਤੇ ਦਾਣਾ ਸੁੱਟਿਆ, ਉਹ ਜਿੰਨੇ ਚੋਲੇ, ਜਿੰਨੇ ਵਾਹਿਗੁਰੂ ਤੋਤੇ ਰੌਲਾ ਪਾ ਰਹੇ ਸਨ ਨਾ, ਜਿਹੜੇ ਕਹਿ ਰਹੇ ਸੀ ਵੀ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਅਸੀਂ ਫਸਣਾ ਨਹੀਂ, ਕਹਿੰਦੇ ਜਦੋਂ ਉਹਨੇ ਦਾਣਾ ਪਾਇਆ ਤੇ ਸਾਰੇ ਤੋਤੇ ਉੱਤੇ ਆਣ ਕੇ ਬਹਿ ਗਏ। ਹੁਣ ਬੋਲਦੇ ਰੋਜ਼ ਸਨ ਵੀ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਅਸੀਂ ਨਹੀਂ ਫਸਣਾ, ਬੋਲਦੇ ਸਨ। ਪਰ ਜਦੋਂ ਦਾਣਾ ਵੇਖਿਆ ਆਣ ਕੇ ਉੱਥੇ ਬਹਿ ਗਏ। ਆਹ ਹਾਲ ਸਾਡਾ ਹੈ। ਅਸੀਂ ਗੁਰਬਾਣੀ ਨੂੰ ਪੜ੍ਹਦੇ ਜ਼ਰੂਰ ਆ, ਰੱਟੇ ਲਾਏ ਨੇ, ਪਤਾ ਨਹੀਂ ਕਿੰਨੇ ਕਿੰਨੇ ਪਾਠ ਕਰ ਲੈਨੇ ਆ, ਪਰ ਜੋ ਸਤਿਗੁਰੂ ਉਹਦੇ ਅਰਥ ਨੇ ਬਾਣੀ ਦੇ, ਜੇ ਕਿਤੇ ਸਾਡੀ ਜ਼ਿੰਦਗੀ 'ਚ ਉਹ ਆ ਜਾਣ ਨਾ, ਫਿਰ ਸਾਨੂੰ ਪਰੇਸ਼ਾਨ ਨਾ ਹੋਣਾ ਪਵੇ। ਅਸੀਂ ਇਸ ਜੰਜਾਲ ਵਿੱਚ ਫਸੀਏ ਨਾ। ਜੇ ਗੁਰਬਾਣੀ ਜੋ ਪੜ੍ਹਨੇ ਆ, ਕਿਤੇ ਸਾਡੇ ਅੰਦਰ ਵਸ ਜਾਏ, ਸਾਡੀ ਮੱਤ ਵਿੱਚ ਉਹ ਗੱਲ ਪੱਕੀ ਬਹਿ ਜਾਏ। ਹੁਣ ਉਹ ਤੋਤੇ ਬੋਲਦੇ ਤੇ ਸਨ, ਪਰ ਉਹਨਾਂ ਦੇ ਗੱਲ ਉਹ ਅੰਦਰ ਨਹੀਂ ਸੀ ਵਸੀ। ਜੀਭ ਬੋਲਦੀ ਸੀ, ਉਹ ਦਿਮਾਗ ਵਿੱਚ ਸਮਝ ਨਹੀਂ ਆਈ ਵੀ ਜੋ ਬੋਲਦੇ ਆ ਸਾਡੇ ਫਾਇਦੇ ਲਈ ਹੈ। ਆਪਾਂ ਗੁਰਬਾਣੀ ਪੜ੍ਹਨੇ ਆ, ਪਰ ਗੁਰਬਾਣੀ ਇਹੀ ਨਹੀਂ ਵੀ ਮੈਂ 5 ਵਾਰੀ ਪੜ੍ਹ ਲਈ, 10 ਵਾਰੀ, 50 ਵਾਰੀ ਪੜ੍ਹ ਲਿਆ, ਜਪਜੀ ਸਾਹਿਬ ਦੇ ਮੈਂ 100 ਪਾਠ ਕਰ ਲਏ। ਪਰ ਇਹ ਵੀ ਵੇਖੀਏ, ਚੰਗਾ ਜਿੰਨੀ ਪੜ੍ਹੀ ਜਾਵੇ ਠੀਕ ਹੈ, ਪਰ ਇਹ ਵੀ ਸਮਝੀਏ ਵੀ ਸਾਨੂੰ ਸਤਿਗੁਰੂ ਜਪਜੀ ਸਾਹਿਬ ਵਿੱਚ ਸਮਝਾਉਂਦੇ ਕੀ, ਉਹ ਵੀ ਕਿਤੇ ਮੰਨਣ ਦਾ ਯਤਨ ਕਰੀਏ। ਇਹੀ ਨਹੀਂ ਵੀ ਪੜ੍ਹਦੇ ਆ ਜ਼ਿੰਦਗੀ ਲੰਘ ਗਈ ਹੈ, ਸਮਝ ਹੀ ਨਹੀਂ ਆਇਆ ਵੀ ਇੱਕ ਓੰਕਾਰ ਦਾ ਅਰਥ ਕੀ ਹੈ। ਖਿਮਾ ਕਰਿਓ, ਬਹੁਤ ਦੁਨੀਆ ਐਸੀ ਹੈ, ਜਪਜੀ ਸਾਹਿਬ ਲੱਖਾਂ ਵਾਰੀ ਪੜਿਆ ਹੋਏਗਾ, ਪਰ ਇੱਕ ਓੰਕਾਰ ਦਾ ਅਰਥ ਸਮਝ ਨਹੀਂ ਆਇਆ। ਕਬਰਾਂ ਤੇ ਵੀ ਜਾ ਕੇ ਮੱਥੇ ਟੇਕੀ ਜਾਂਦੇ ਆ, ਮੜੀਆਂ ਨੂੰ ਵੀ ਪੂਜੀ ਜਾਂਦੇ ਆ। ਜੇ ਕੋਈ ਮਿਲ ਜਾਂਦਾ, ਤੁਰਿਆ ਜਾਂਦਾ ਕੋਈ ਇਦਾਂ ਦਾ ਬੰਦਾ, ਉਹ ਹੋ ਸਕਦਾ ਉਹਦੀ ਪੂਜਾ ਕਰਨ ਲੱਗ ਜਾਣ ਵੀ ਇਹੀ ਭਗਵਾਨ ਤੁਰਿਆ ਜਾਂਦਾ। ਇਹ ਨਹੀਂ, ਸਾਡੇ ਭਾਰਤ ਦੇਸ਼ ਵਿੱਚ ਤੇ ਇੰਨਾ ਬੁਰਾ ਹਾਲ ਹੈ, ਜੇ ਕੋਈ ਬੱਚਾ, ਉਹਦਾ ਸਰੀਰ ਸਹੀ ਢੰਗ ਨਾਲ ਨਹੀਂ ਨਾ, ਵਿਕਾਸ ਨਹੀਂ ਹੋਇਆ ਪੂਰਾ, ਕਿਸੇ ਦਾ ਨੱਕ ਲੰਬਾ ਹੋ ਗਿਆ, ਉਹ ਕਹਿੰਦੇ ਜੀ ਇਹ ਤਾਂ ਗਣੇਸ਼ ਜੀ ਆਏ ਨੇ, ਉਹਦੀ ਪੂਜਾ ਕਰਨ ਲੱਗ ਜਾਂਦੇ ਨੇ। ਜੇ ਸੱਚਮੁੱਚ ਇਦਾਂ ਹੈ, ਜੇ ਕਿਸੇ ਦਾ ਮੂੰਹ ਥੋੜਾ ਖਰਾਬ ਹੋ ਗਿਆ, ਹਨੂਮਾਨ ਸਮਝ ਕੇ ਉਹਦੀ ਪੂਜਾ ਕਰਨ ਲੱਗ, ਲੱਖਾਂ ਲੋਕ ਵੇਖਣ ਤੁਰ ਪੈਂਦੇ ਨੇ। ਤੇ ਜੇ ਗੁਰਬਾਣੀ ਦਾ ਗਿਆਨ ਸਾਡੀ ਸਮਝ ਵਿੱਚ ਹੋਵੇ ਵੀ ਸਤਿਗੁਰੂ ਤੇ ਕਹਿੰਦੇ ਨੇ ਇੱਕ ਓੰਕਾਰ, ਇੱਕ ਤੋਂ ਬਿਨਾ ਹਰ ਇੱਕ ਸਹਿਦਾ ਹੈ ਅਮਰ, ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾ ਹੈ, ਡਰ ਭ੍ਰਮ ਭਉ ਦੂਰ ਕਰ, ਸਾਰਿਆਂ ਵਿੱਚ ਉਹੀ ਸਮਾਇਆ ਹੈ। ਹਰੇਕ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹਰੇਕ ਵਿੱਚ, ਮੇਰੇ ਵਿੱਚ ਵੀ ਸਮਾਇਆ, ਬਾਕੀਆਂ ਵਿੱਚ ਵੀ ਸਮਾਇਆ, ਪਸ਼ੂਆਂ ਵਿੱਚ ਵੀ ਸਮਾਇਆ, ਹਰੇਕ ਵਿੱਚ ਉਹ ਕੰਮ ਕਰ ਰਿਹਾ। ਜੇ ਸਮਝ ਆ ਜਾਏ, ਫਿਰ ਕੋਈ ਕਬਰਾਂ ਨੂੰ ਮੱਥੇ ਟੇਕੇਗਾ ਜਾ। ਹੁਣ ਇਹਦਾ ਮਤਲਬ ਕੀ ਹੈ ਵੀ ਆਪਾਂ ਬਾਣੀ ਪੜ੍ਹਦਿਆਂ ਨੂੰ ਤੇ ਕਈ ਸਾਲ ਹੋ ਗਏ ਨੇ, ਪਰ ਜੋ ਬਾਣੀ ਸਾਨੂੰ ਸਮਝਾਉਂਦੀ ਹੈ ਉਹ ਪੱਲੇ ਨਹੀਂ ਪਿਆ। ਜੇ ਪੱਲੇ ਪਿਆ ਹੁੰਦਾ ਤਾਂ ਫਿਰ ਦਿਸਣਾ ਚਾਹੀਦਾ ਸੀ, ਫਿਰ ਪਤਾ ਲੱਗਦਾ ਵੀ ਇਹ ਬੰਦਾ ਇਹ ਇੱਕ ਓੰਕਾਰ ਨੂੰ ਮੰਨਦਾ ਹੈ, ਕਿਸੇ ਹੋਰ ਨੂੰ ਨਹੀਂ ਮੰਨਦਾ। ਇਹ ਇੱਕ ਦਾ ਪਸਾਰਾ ਮੰਨਦਾ ਵੀ ਇੱਕ ਹੀ ਸਾਰੇ ਪਾਸੇ ਫੈਲਿਆ ਹੋਇਆ ਹੈ, ਆ ਸਾਰਾ ਕੁਛ ਉਹਦਾ ਰੂਪ ਹੈ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਉਹ ਆਪਾਂ ਥੋੜਾ ਚਿਰ ਵਿਚਾਰਨੇ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
ਗੋਬਿੰਦ ਬਿਨ ਨਹੀਂ ਕੋਈ। ਕੋਈ ਨਹੀਂ ਕਹਿੰਦੇ ਸਾਰਾ ਕੁਝ ਇਹ ਮਾਲਕ ਦਾ ਰੂਪ ਹੈ। ਬੜੇ ਵਧੀਆ ਢੰਗ ਨਾਲ ਸਮਝਾ ਰਹੇ ਨੇ। ਆਓ ਕਿਤੇ ਹਿਰਦੇ ਵਿੱਚ ਵੀ ਵਸਾਈਏ, ਇਹ ਬਾਣੀ ਦੇ ਸ਼ਬਦ ਸੁਣੀਏ ਨਾ, ਇਹਨਾਂ ਨੂੰ ਬਾਰ-ਬਾਰ ਕਿਉਂ ਪੜ੍ਹਨਾ? ਇਹ ਗਿਆਨ ਦ੍ਰਿੜ ਕਰਨਾ, ਸਾਡੀ ਸੁਰਤ ਵਿੱਚ ਵਸ ਜਾਏ, ਕਦੇ ਭੁਲੇਖਾ ਨਾ ਖਾਈਏ। ਰੋਜ਼ ਪੜ੍ਹਨੇ ਆ ਜਪਜੀ ਸਾਹਿਬ ਵਿੱਚ, ਮਾਲਕਾ ਮੈਨੂੰ ਇਹ ਸਮਝ ਦੇ, ਮੈਨੂੰ ਇਹ ਗੱਲ ਭੁੱਲੇ ਨਾ ਕਿਹੜੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਗੁਰਾ ਇੱਕ ਦੇ 부ਝਾਈ। ਇਹ ਸਮਝ ਦੇ ਮੈਨੂੰ, ਇਹ ਗੱਲ ਮੇਰੇ ਪੱਲੇ ਪੈ ਜਾ ਕਿਹੜੀ, ਕਿ ਸਭਨਾ ਜੀਆਂ ਕਾ ਇੱਕ ਦਾਤਾ, ਕੋਈ ਦੂਜਾ ਦਾਤਾ ਨਹੀਂ ਹੈ, ਇੱਕੋ ਹੀ ਦਾਤਾ ਸਾਰਿਆਂ ਦਾ, ਤੇ ਸਭ ਨੂੰ ਬਰਾਬਰ ਦੇ ਰਿਹਾ ਉਹ। ਸੋ ਮੈਂ ਵਿਸਰ ਨਾ ਜਾਈ, ਕਿਤੇ ਇਹ ਗੱਲ ਮੈਨੂੰ ਭੁੱਲ ਨਾ ਜਾਵੇ। ਬਾਰ-ਬਾਰ ਗੁਰਬਾਣੀ ਰੋਜ਼ ਪੜ੍ਹਨੇ ਆ, ਦ੍ਰਿੜ ਕਰਨੇ ਆ ਸੱਚੇ ਪਾਤਸ਼ਾਹ ਦੇ ਇਸ ਗਿਆਨ ਨੂੰ, ਇਸ ਸੋਝੀ ਨੂੰ, ਇਸ ਅਦੁੱਤੀ ਗਿਆਨ। ਇਹ ਜਿਹੜਾ ਪਰਮੇਸ਼ਰ ਦਾ, ਵਾਹਿਗੁਰੂ ਦਾ, ਅਕਾਲ ਪੁਰਖ ਦੀ ਬਾਣੀ, ਅਕਾਲ ਪੁਰਖ ਦਾ ਗਿਆਨ ਹੈ। ਸਤਿਗੁਰੂ ਨੇ ਸਾਨੂੰ ਖਜ਼ਾਨਾ ਬਖਸ਼ਿਆ। ਆਓ ਭਗਤ ਨਾਮਦੇਵ ਜੀ ਸਾਨੂੰ ਬੜੇ ਵਧੀਆ ਢੰਗ ਨਾਲ, ਬੜੇ ਸਰਲ ਤਰੀਕੇ ਨਾਲ ਸਮਝਾਉਣ ਦਾ ਯਤਨ ਕਰ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਬਾਬਾ ਨਾਮਦੇਵ ਜੀ, ਭਗਤ ਨਾਮਦੇਵ ਜੀ ਇਹ ਸਮਝਾ ਰਹੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। एक अनेक व्यापक पूरक जत देखो तत सोई। ਇੱਕ ਅਨੇਕਾਂ ਰੂਪਾਂ ਵਿੱਚ, ਅਨੇਕਾਂ ਰੂਪਾਂ ਵਿੱਚ ਏਕ, ਅਨੇਕ ਵਿਆਪਕ, ਅਨੇਕਾਂ ਰੂਪਾਂ ਵਿੱਚ ਵਿਆਪਕ ਹੈ ਇੱਕ ਪਰਮਾਤਮਾ। ਜੋ ਦਿਸੈ ਸੋ ਤੇਰਾ ਰੂਪ ਹੈ, ਸਾਰੇ ਵੱਖਰੇ ਨੇ, ਕੋਈ ਪਸ਼ੂ ਨੇ, ਕੋਈ ਪੰਛੀ ਨੇ, ਪਰ ਮਾਲਕਾ ਸਾਰਿਆਂ ਦੇ ਵਿੱਚ ਤੂੰ ਸਮਾਇਆ ਹੋਇਆ, ਪਰਿਪੂਰਨ ਹੈ। ਭਗਤ ਨਾਮਦੇਵ ਜੀ ਕਹਿੰਦੇ ਗਿਆਨ ਦੀ ਅੱਖ ਹੈ ਮੇਰੇ ਕੋਲ, ਮੈਂ ਜਿੱਧਰ ਵੇਖਣਾ ਮੈਨੂੰ ਤੂੰ ਹੀ ਦਿਸਣਾ ਹੈ। ਹੁਣ ਇਹ ਕਿਵੇਂ ਹੋਏਗਾ ਵੀ ਸਾਰੇ ਪਾਸੇ ਪਰਮਾਤਮਾ ਦਿਸੇ? ਸਾਨੂੰ ਤੇ ਹਰੇਕ ਚੀਜ਼ ਵੱਖਰੀ ਲੱਗਦੀ ਹੈ। ਦੁਸ਼ਮਣ ਵੀ ਨਜ਼ਰ ਆਉਂਦਾ, ਮਿੱਤਰ ਵੀ ਨਜ਼ਰ ਆਉਂਦਾ, ਆਪਣਾ ਨਜ਼ਰ ਆਉਂਦਾ, ਬਗਾਨਾ ਨਜ਼ਰ ਆਉਂਦਾ। ਇੱਥੋਂ ਤੱਕ ਗਿਆਨ, ਇੱਥੋਂ ਤੱਕ ਸਮਝ ਕਿਵੇਂ ਜਾਵੇ? ਹੁਣ ਇੱਕ ਸਮਝਾਉਣ ਵਾਸਤੇ ਮੈਂ ਇੱਕ ਥੋੜੀ ਛੋਟੀ ਜਿਹੀ ਕਹਾਣੀ ਤੁਹਾਨੂੰ ਸੁਣਾਉਣਾ, ਸੌਖੀ ਨੁਕਤਾ ਸਮਝ ਆ ਜਾਂਦਾ ਹੈ। ਇੱਕ ਸੇਠ ਸੀ, ਉਹ ਬੜਾ ਅਮੀਰ ਸੀ, ਮਾਇਆ ਬੜੀ ਸੀ, ਉਹਦੀਆਂ ਅੱਖਾਂ ਖਰਾਬ ਹੋ ਗਈਆਂ। ਹੁਣ ਅੱਖਾਂ ਖਰਾਬ ਹੋਈਆਂ, ਡਾਕਟਰ ਨੂੰ ਵਿਖਾਇਆ। ਡਾਕਟਰ ਕਹਿੰਦੇ ਵੀ ਸੇਠ ਜੀ ਤੁਹਾਡੀਆਂ ਅੱਖਾਂ ਦੇ ਵਿੱਚ ਜਲਨ ਹੋਣ ਲੱਗ ਗਈ ਹੈ, ਤੁਸੀਂ ਹਰੇ ਰੰਗ ਦੀਆਂ ਚੀਜ਼ਾਂ ਵੇਖਿਆ ਕਰੋ। ਹਰੇ ਰੰਗ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਰੰਗ ਵੇਖਿਆ, ਤੁਹਾਡੀ ਨਿਗਾਹ ਜਿਹੜੀ ਹੈ ਜਾਂਦੀ ਰਹੇਗੀ, ਹੋਰ ਖਰਾਬ ਹੋ ਜਾਏਗੀ। ਤੁਸੀਂ ਹਰਾ ਵੇਖਿਆ ਕਰੋ ਸਾਰੇ ਪਾਸੇ। ਹੁਣ ਮਾਇਆ ਬੜੀ ਸੀ, ਕਹਿੰਦਾ ਕੋਈ ਨਹੀਂ, ਘਰ ਆਇਆ, ਕਹਿੰਦਾ ਜਿਹੜਾ ਮੇਰਾ ਦਫ਼ਤਰ ਹੈ ਉਹਨੂੰ ਵੀ ਹਰਾ ਰੰਗ ਕਰ ਦਿਓ। ਘਰ ਸਾਰੇ ਨੂੰ ਹਰਾ ਰੰਗ ਕਰਾ ਦਿੱਤਾ। ਜਿੰਨੇ ਜਿਹੜੀ ਚੀਜ਼ ਦਿਸੀ ਸਭ ਹਰੇ ਰੰਗ ਦੀ, ਕੱਪੜੇ ਹਰੇ ਰੰਗ ਦੇ, ਗੱਡੀ ਹਰੇ ਰੰਗ ਦੀ, ਜਿਹੜੇ ਰਾਹ ਤੇ ਜਾਣਾ ਸਾਰੀਆਂ ਕੰਧਾਂ ਹਰੇ ਰੰਗ ਦੀਆਂ ਕਰਾਤੀਆਂ। ਪਰ ਫਿਰ ਵੀ ਸੋਚਦਾ ਵੀ ਕੁਝ ਚੀਜ਼ਾਂ ਮੈਂ ਕਿੱਦਾਂ, ਹੁਣ ਅਸਮਾਨ ਨੀਲੇ ਰੰਗ ਦਾ, ਉਹਨੂੰ ਮੈਂ ਕਿਵੇਂ ਹਰੇ ਰੰਗ ਦਾ ਕਰ ਲਵਾਂ? ਹੁਣ ਧਰਤੀ ਨੂੰ ਮੈਂ ਹਰੇ ਰੰਗ ਦੀ ਕਿੱਦਾਂ ਕਰ ਦਿਆਂ? ਫਿਰ ਸੋਚਦਾ ਵੀ ਕੀ ਕਰਾਂ? ਹੁਣ ਮੈਨੂੰ ਮਨਾ ਕੀਤਾ ਵੀ ਹਰੇ ਰੰਗ ਤੋਂ ਇਲਾਵਾ ਕੁਝ ਦੇਖਣਾ ਨਹੀਂ। ਸਾਰੇ ਆਪਣੇ ਨੌਕਰਾਂ ਨੂੰ ਕੱਪੜੇ ਹਰੇ ਰੰਗ ਦੇ ਸਮਾਨ ਤੇ ਬੜਾ ਯਤਨ ਕੀਤਾ, ਪਰ ਹੁਣ ਕੀ ਕੀਤਾ ਜਾਏ? ਇੱਕ ਕੋਈ ਸਿਆਣਾ ਬੰਦਾ ਉਧਰੋਂ ਦੀ ਲੰਘਿਆ, ਉਹਨੇ ਵੇਖਿਆ ਵੀ ਸਾਰਾ ਸ਼ਹਿਰ ਹਰੇ ਰੰਗ ਦਾ ਕੀਤਾ ਹੋਇਆ। ਕਿਸੇ ਨੂੰ ਪੁੱਛਿਆ, ਕਹਿੰਦੇ ਕੀ ਗੱਲ, ਇੱਥੇ ਹਰਾ ਹੀ ਰੰਗ, ਸਾਰੇ ਪਾਸੇ ਹਰਾ ਰੰਗ ਕੀਤਾ। ਉਹ ਕਹਿੰਦੇ ਸੇਠ, ਇੱਥੇ ਜਿਹੜਾ ਸੇਠ ਹੈ ਨਾ ਸਾਡੇ ਇੱਥੋਂ ਦਾ, ਬੜਾ ਅਮੀਰ ਬੰਦਾ ਹੈ, ਉਹਦੀਆਂ ਅੱਖਾਂ ਵਿੱਚ ਕੋਈ ਖਰਾਬੀ ਆਈ, ਉਹਨੂੰ ਡਾਕਟਰ ਨੇ ਕਿਹਾ ਵੀ ਤੂੰ ਹਰਾ ਹੀ ਰੰਗ ਵੇਖਣਾ, ਉਹਨੇ ਸਾਰਾ ਕੁਝ ਹੀ ਹਰੇ ਰੰਗ ਦਾ ਕਰਾ ਦਿੱਤਾ। ਉਹ ਕਹਿੰਦੇ ਮੈਨੂੰ ਮਿਲਾਓਗੇ ਕਿਹੜਾ ਇਹੋ ਜਿਹਾ ਸੇਠ? ਉਹਦੇ ਕੋਲ ਗਿਆ, ਸੇਠ ਨੂੰ ਜਾ ਕੇ ਕਹਿੰਦਾ ਸੇਠ ਜੀ ਇਹ ਤੁਸੀਂ ਕੀ ਕੀਤਾ ਹੈ? ਉਹ ਕਹਿੰਦੇ ਮੈਨੂੰ ਬਿਮਾਰ ਆ, ਮੇਰੀਆਂ ਅੱਖਾਂ 'ਚ ਖਰਾਬੀ ਹੈ। ਉਹ ਕਹਿੰਦੇ ਤੁਹਾਨੂੰ ਮੈਂ ਇੱਕ ਨਿੱਕਾ ਜਿਹਾ ਨੁਕਤਾ ਦੱਸਾਂ। ਕਹਿੰਦੇ ਕੀ? ਕਹਿੰਦੇ ਇੰਨੇ ਪੰਗੇ ਨਾਲੋਂ ਤੁਸੀਂ ਇੱਕ ਐਨਕ ਹਰੇ ਸ਼ੀਸ਼ਿਆਂ ਵਾਲੀ ਲੈ ਲੈਂਦੇ
ਤੁਹਾਨੂੰ ਆਪੇ ਹੀ ਸਾਰਾ ਕੁਝ ਹਰੇ ਰੰਗ ਦਾ ਦਿਖਣ ਲੱਗ ਪੈਂਦਾ। ਤੁਸੀਂ ਕੰਧਾਂ ਹਰੇ ਰੰਗ ਦੀਆਂ ਕਰਤੀਆਂ, ਸ਼ਹਿਰ ਹਰੇ ਰੰਗ ਦਾ ਕਰਤਾ, ਕੱਪੜੇ ਹਰੇ ਰੰਗ ਦੇ ਕਰ ਦਿੱਤੇ, ਇੱਕ ਚਸ਼ਮਾ ਹੀ ਲੈ ਲੈਂਦੇ ਹਰੇ ਰੰਗ ਦਾ, ਉਹਦੇ ਸ਼ੀਸ਼ੇ ਹਰੇ ਕਰ ਦਿੰਦੇ। ਉਹ ਕਹਿੰਦੇ ਅੱਛਾ ਇਹ ਤੇ ਗੱਲ ਮੈਂ ਸੋਚੀ ਨਹੀਂ, ਇੰਨੀ ਕੁ ਗੱਲ ਸੀ ਤੇ ਮੈਂ ਇੰਨਾ ਯਤਨ ਕੀਤਾ, ਇੰਨਾ ਕੁਝ ਕਰਦਾ ਰਿਹਾ। ਹੁਣ ਗੱਲ ਇਹੀ ਹੈ, ਅਸੀਂ ਵੀ ਕਿਸੇ ਕਿਸੇ ਚੀਜ਼ ਨੂੰ ਹਰਾ ਰੰਗ ਕੀਤਾ ਹੋਇਆ। ਜੇ ਕਬਰ ਨੂੰ ਕੀਤਾ ਸੀ ਕਿ ਨਹੀਂ ਇੱਥੇ ਰੱਬ ਰਹਿੰਦਾ। ਅਸੀਂ ਕਿਸੇ ਪੀਰ ਬਾਬੇ, ਕੋਈ ਕਿਸੇ ਮੰਦਿਰ 'ਚ ਮੰਨਦਾ, ਕੋਈ ਗੁਰਦੁਆਰੇ 'ਚ ਸਮਝਦਾ, ਕੋਈ ਮਸਜਿਦ ਵਿੱਚ ਸਮਝਦਾ ਹੈ। ਆਪੋ ਆਪਣੀਆਂ ਥਾਵਾਂ ਬਣਾ ਕੇ ਅਸੀਂ ਕਹਿੰਦੇ ਇੱਥੇ ਹੈ, ਆਹ ਹਰਾ ਹੈ, ਪਰ ਸਾਡੇ ਕੋਲੋਂ ਸਾਰਾ ਕੁਝ ਨਹੀਂ ਹਰਾ ਹੁੰਦਾ। ਅਸੀਂ ਹਰੇਕ ਚੀਜ਼ ਵਿੱਚ ਰੱਬ ਨਹੀਂ ਮਹਿਸੂਸ ਕਰਦੇ। ਕਿਉਂ? ਕਿਉਂਕਿ ਅਸੀਂ ਉਹ ਗਿਆਨ ਦੀ ਐਨਕ ਨਹੀਂ ਲਾਈ ਹੈ, ਉਹ ਸੋਝੀ ਦੀ ਸਮਝ ਦਾ ਚਸ਼ਮਾ ਸਾਡੇ ਕੋਲ ਨਹੀਂ, ਜਿਹਦੇ ਨਾਲ ਸਾਨੂੰ ਸਭ ਗੋਬਿੰਦ ਦਿਸੇ, ਹਰੇਕ ਵਿੱਚ ਪਰਮਾਤਮਾ ਦਿਸੇ। ਤੇ ਹੈ ਜੁਗਤੀ, ਇਹ ਸਤਿਗੁਰੂ ਤੋਂ ਬਿਨਾਂ ਸਮਝ ਵਿੱਚ ਨਹੀਂ ਆਉਂਦੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਗੋਰ ਦਾ। ਪਰ ਰੌਸ਼ਨੀ ਜਿੰਨੀ ਮਰਜ਼ੀ ਹੋ ਜਾਏ, ਜਿੰਨਾ ਚਿਰ ਗੁਰੂ ਵਾਲੀ ਚੰਗਾਰੀ, ਗੁਰੂ ਵਾਲੀ ਅੰਦਰ ਦੀ ਰੌਸ਼ਨੀ, ਗਿਆਨ ਦੀਆਂ ਅੱਖਾਂ ਨਹੀਂ ਮਿਲਦੀਆਂ, ਉਹਨਾਂ ਚਿਰ ਸੋਝੀ ਨਹੀਂ ਆ ਸਕਦੀ, ਸਮਝ ਨਹੀਂ ਆ ਸਕਦੀ। ਤੇ ਉਹ ਭਗਤ ਨਾਮਦੇਵ ਜੀ ਕਹਿੰਦੇ ਨੇ, ਮਾਲਕਾ ਮੈਂ ਤੇ ਜਿੱਧਰ ਦੇਖਣਾ, ਮੈਨੂੰ ਤੇ ਜਦ ਦੇਖੋ ਤਤ ਸੋਈ, ਮੈਨੂੰ ਤੇ ਤੂੰ ਹੀ ਨਜ਼ਰ ਆਉਣਾ। ਮਾਇਆ ਚਿੱਤਰ ਬਚਿੱਤਰ ਬਿਮੋਹਿਤ, ਬਿਰਲਾ ਬੂਝੈ ਕੋਈ। ਮਾਇਆ ਦਾ ਇਹੋ ਜਿਹਾ ਅਸਰ ਹੈ, ਬਿਰਲੇ ਕਿਸੇ ਨੂੰ ਸਮਝ ਆਉਂਦੀ ਹੈ। ਹੁਣ ਅਨੇਕਾਂ ਦੇ ਵਿੱਚ, ਅਨੇਕਤਾ ਦੇ ਵਿੱਚ ਇੱਕ ਨੂੰ ਵੇਖਣਾ, ਇਹ ਕਹਿੰਦੇ ਕਿਸੇ ਵਿਰਲੇ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਕਿਵੇਂ ਸਮਾਇਆ ਹੈ? ਅਸੀਂ ਤੇ ਵੇਖਨੇ ਆ, ਕਹਿੰਦੇ ਸਾਰਾ ਕੁਝ ਇੱਕ ਹੈ। ਮਾਲਕਾ ਇੱਥੇ ਚਿਹਰੇ ਵੱਖ-ਵੱਖ ਨੇ, ਇੱਥੇ ਪ੍ਰਜਾਤੀਆਂ ਵੱਖ-ਵੱਖ ਨੇ, ਜਾਤਾਂ ਵੱਖ-ਵੱਖ ਨੇ, ਇੱਕ ਕਿਵੇਂ ਵੇਖਿਆ ਜਾ ਸਕਦਾ ਹੈ? ਤੇ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਮਾਲਾ ਹੁੰਦੀ ਹੈ ਨਾ, ਮਾਲਾ ਦੇ ਵਿੱਚ ਕਿੰਨੇ ਮਣਕੇ ਹੁੰਦੇ ਨੇ, ਹਰ ਮਣਕਾ ਅਲੱਗ-ਅਲੱਗ ਹੁੰਦਾ ਨਾ, ਪਰ ਕਹਿੰਦੇ ਮਾਲਾ ਦੇ ਮਣਕੇ ਅਲੱਗ-ਅਲੱਗ ਹੋ ਸਕਦੇ ਨੇ, ਉਹਨਾਂ ਦੇ ਵਿੱਚ ਜਿਹੜਾ ਧਾਗਾ ਪਿਆ ਹੁੰਦਾ ਉਹ ਇੱਕ ਹੀ ਹੁੰਦਾ। ਸੂਤ ਜਿਹੜਾ ਹੁੰਦਾ ਨਾ, ਧਾਗਾ, ਉਹ ਮਣਕਿਆਂ ਦੇ ਵਿੱਚ ਧਾਗਾ ਤੇ ਇੱਕੋ ਹੀ ਹੈ, ਇੱਕ ਧਾਗੇ ਵਿੱਚ ਪਰੋਈਆਂ ਹੋਈਆਂ ਨੇ। ਇਸੇ ਤਰ੍ਹਾਂ ਕਹਿੰਦੇ ਵੇਖਣ ਨੂੰ ਵੱਖਰਾ ਵੱਖਰਾ ਲੱਗਦਾ ਹੈ, ਪਰ ਸਾਰਿਆਂ ਵਿੱਚ ਜੋਤ ਉਸ ਪਰਮਾਤਮਾ ਦੀ ਕੰਮ ਕਰ ਰਹੀ। ਇੱਕੋ ਜਿਹੇ ਸਰੀਰ ਨੇ, ਇੱਕੋ ਤਰੀਕੇ ਨਾਲ ਸਾਹ ਲੈਂਦੇ ਨੇ, ਇੱਕੋ ਤਰੀਕੇ ਨਾਲ ਰੋਟੀ ਖਾਂਦੇ ਨੇ, ਪਾਣੀ ਪੀਂਦੇ ਨੇ, ਪਸੀਨਾ ਵੀ ਸਭ ਨੂੰ ਆਉਂਦਾ ਹੈ, ਹਰ ਚੀਜ਼ ਸੇਮ ਹੈ। ਉਹ ਤਾਕਤ, ਉਹ ਸ਼ਕਤੀ, ਉਹ એનર્ਜੀ, ਉਹ ਸਾਰਿਆਂ ਦੇ ਵਿੱਚ ਇੱਕੋ ਜਿਹੀ ਕੰਮ ਕਰਦੀ ਹੈ। ਅੱਗੇ ਜਲ ਤਰੰਗ ਹਰ ਫੇਨ ਬੁੱਧ ਬੁਦਾ, ਜਲ ਦੇ ਪਾਣੀ ਤੋਂ ਲਹਿਰ ਤੇ ਬੁਲਬੁਲਾ ਲੱਗਦਾ ਵੀ ਵੱਖਰਾ ਹੈ ਪਾਣੀ ਤੋਂ, ਪਰ ਹੈ ਪਾਣੀ ਦਾ ਹੀ ਰੂਪ ਹੈ। ਅਸੀਂ ਕਹਿ ਦਿੰਦੇ ਆ ਲਹਿਰ, ਇਹ ਬੁਲਬੁਲਾ ਪਾਣੀ ਦੇ ਵਿੱਚੋਂ ਆਇਆ ਹੈ, ਪਰ ਕਹਿੰਦੇ ਹੈ ਉਹ ਪਾਣੀਓ ਹੀ ਹੈ। ਪਾਣੀ ਉਛਲਿਆ, ਲਹਿਰ ਬਣ ਗਈ, ਪਾਣੀ ਦੇ ਵਿੱਚ ਹਵਾ ਨੇ ਬੁਲਬੁਲਾ ਬਣਾ ਦਿੱਤਾ, ਪਰ ਹੈ ਉਹ ਪਾਣੀ ਹੈ, ਪਾਣੀ ਤੋਂ ਬਿਨਾਂ ਕੁਛ ਨਹੀਂ। ਕਹਿੰਦੇ ਸਾਨੂੰ ਵੱਖਰਾ ਵੱਖਰਾ ਲੱਗਦਾ ਹੈ, ਪਰ ਹੈ ਤਾਕਤ ਜਿਹੜੀ ਅੰਦਰ ਕੰਮ ਕਰ ਰਹੀ ਹੈ ਸਭ ਦੇ। ਸਭ ਮੈਂ ਜੋਤ ਜੋਤ ਹੈ, ਸੋਏ ਤਿਸ ਦੇ ਚਾਨਣ
सब मैं चानन होए। पर ये समझ कदों आउंदी है, किन्नू आउंदी है? गुर साखी जोत प्रगट हो। जदों गुरु की सिक्ख्या साडे कोल आउंदी है ना, फिर इस चीज की समझ लगदी। एहो परपंच पार ब्रह्म की लीला, विचरत आन न होए। ये परपंच जिन्ना भी बनया होया है, ये सब मालक की लीला है। ये वखरा नहीं, वेखण नूं वखरा लगदा है, विचार के देखो वखरा नहीं है, एक ही है। मैं 2-3 ऐतवार पहला भी गल कीती सी, सोने दे कंगण बना ले, सोने दी मुंदरी, सोने दी छाप बन गई, पर जे उहदा तत्त वेखो तो की है? सोना। बनतर वखरी वखरी है, किसी ने छाप बन गई, ओदी गानी बन गई सोने दी, पर ओहदा तत्त की है? सोना। पानी चों लहर बन गई, पानी दी बर्फ बन गई, पानी दी भाफ बन गई, पर ओहदा तत्त की है? पानी। इस तरह ये मनुख है, होर जातां होर किन्नियां चीज़ां बनियां होईयां ने, ये सब है कहंदे मालक दी खेड है, इको दी, विच काम करन वाला ओही है। अगे मिथ्या भरमा मिथ्या भरमा और सुपन मनोरथ, सत पदार्थ जानिया। झूठियां चीज़ां नूं, इत्थों दियां चीज़ां नूं सच करके जानदा है। महाराज कहंदे ने जिवें सुपने विच जिहड़ी चीज़ वेखने आ, हुण जो सुपने विच वेखिया सी, सुपने च कोई राजा बन गया, पर सच विच कोई राजा ते नहीं। ਜਿਹੜਾ ਸੁਪਨੇ 'ਚ ਭਿਖਾਰੀ ਬਣ ਗਿਆ, ਉਹ ਸੱਚਮੁੱਚ ਭਿਖਾਰੀ ਤੇ ਨਹੀਂ, ਸੁਪਨੇ ਵਿੱਚ ਵੇਖਿਆ ਸੀ। ਇਹ ਕਹਿੰਦੇ ਜੋ ਵੇਖ ਰਹੇ ਨਾ, ਇਹਨੂੰ ਵੀ ਇਦਾਂ ਹੀ ਸਮਝ ਪਈਏ ਸੁਪਨੇ ਦੀਆਂ ਚੀਜ਼ਾਂ ਨੇ, ਇਹਦੇ ਨਾਲ ਪੱਕਾ ਨਾਤਾ ਨਾ ਜੋੜ, ਇਹਨੂੰ ਇਹ ਨਾ ਸਮਝ ਮੇਰੀ ਹੈ। ਪਰ ਕਹਿੰਦੇ ਭਰਮ ਦਾ ਜਾਲ ਇਹੋ ਜਿਹਾ ਜਿੱਦਾਂ ਸੁਪਨੇ ਵਿੱਚ ਬੰਦੇ ਨੂੰ ਸੱਚਮੁੱਚ ਸੁਪਨਾ ਸੱਚ ਲੱਗਣ ਲੱਗ ਪੈਂਦਾ ਹੈ। ਕਹਿੰਦੇ ਇਸੇ ਤਰ੍ਹਾਂ ਦੁਨੀਆ ਵਿੱਚ ਰਹਿੰਦਿਆਂ ਵੀ ਦੁਨੀਆ ਦੀਆਂ ਚੀਜ਼ਾਂ 'ਚ ਇੰਨੀ ਮੇਰ, ਇੰਨੀ ਮੇਰੀ ਆ ਜਾਂਦੀ ਹੈ, ਇਹ ਵੀ ਇਹਨੂੰ ਸੱਚ ਹੀ ਲੱਗਣ ਲੱਗ ਪੈਂਦਾ। सुकृत मनसा सुकृत मनसा गुर उपदेसी जागत ही मन मानिया। जे गुरु कृपा करे उपदेश देवे सोझी पा देवे समझ दे देवे मनसा चंगी बना देवे ते ये मन जाग जावे इस सुपने दी नींद विचों रवे इहदे विच जापे वेखे सारा कुछ पर इनू समझे आ जाए भी ये थिर नहीं रहना छुट जाने वाली चीज़ां ने खत्म हो जाने वाली चीज़ां ने ये इन्हां विच मन ना जोड़े। पिछली बार भी आपां इहदे ते लंबी विचार कीती सी कि इदां ना लगे दुनिया विच रहिंदियां रहना परिवार विच रहना हर चीज़ विच पर उहदे विच अपनी सुरत नूं ना फसण दे। अगे कहत नाम देओ हर की रचना देखो हृदय बिचारी काट काट यंत्र सर्व निरंतर केवल एक मुरारी केवल एक मुरारी। भगत नामदेव जी कहते ने विचार के वेखो ये सारी रचना परमात्मा दी है ते हरेक घट घट विच हरेक शरीर विच
ਨਿਰੰਤਰ ਪਰਮਾਤਮਾ ਦੀ ਤਾਕਤ ਕੰਮ ਕਰ ਰਹੀ ਹੈ। ਉਹ ਕੰਮ ਕਰ ਰਿਹਾ ਹੈ ਹਰੇਕ ਸਰੀਰ ਦੇ ਵਿੱਚ। ਘਟ ਘਟ ਏਕ ਮੁਰਾਰੀ ਉਹ ਸਮਾਇਆ ਹੋਇਆ। ਉਹ ਜਰਾ ਧਾਰਨਾ ਦੇ ਰੂਪ ਚ ਪੜੀਏ। ਉਹ ਕਣ ਕਣ ਵਿੱਚ ਸਮਾਇਆ ਏ, ਉਹ ਕਣ ਕਣ ਵਿੱਚ ਸਮਾਇਆ ਏ, ਕਣ ਵਿੱਚ ਸਮਾਇਆ ਏ, ਉਹ ਕਣ ਕਣ ਵਿੱਚ ਸਮਾਇਆ ਏ, ਉਹ ਕਣ ਕਣ ਵਿੱਚ ਸਮਾਇਆ ਏ, ਉਹ ਕਣ ਕਣ ਵਿੱਚ ਸਮਾਇਆ ਏ, ਕਣ ਕਣ ਵਿੱਚ ਸਮਾਇਆ ਏ, ਉਹ ਕਣ ਕਣ ਵਿੱਚ ਸਮਾਇਆ ਏ। ਸਭ ਨੂੰ ਰਿਜ਼ਕ ਪਹੁੰਚਾਉਂਦਾ ਏ। ਭੁੱਖਿਆ ਕਿਸੇ ਵੀ ਸੌਣ ਦਿੰਦਾ, ਸਭ ਨੂੰ ਰਿਜ਼ਕ ਪਹੁੰਚਾਉਂਦਾ। ਨਾ ਭੁੱਖਿਆ ਕਿਸੇ ਵੀ ਸੌਣ ਦਿੰਦਾ, ਉਹ ਸਭ ਨੂੰ ਰਿਜ਼ਕ ਪਹੁੰਚਾਉਂਦਾ ਏ। ਉਹ ਦਾਤਾ ਵੰਡ ਵੰਡ ਥੱਕਦਾ ਨਹੀਂ। ਅਸੀਂ ਕਿਸੇ ਨੂੰ ਇੱਕ ਕੋਈ ਚੀਜ਼ ਦਾਨ ਕਰਨੇ ਆ, ਅਸੀਂ ਗੁਰਦੁਆਰੇ ਵਿੱਚ ਵੀ ਲੱਭਨੇ ਆ ਵੀ ਮੇਰਾ ਨਾਂ ਲਿਖਿਆ ਹੋਣਾ ਚਾਹੀਦਾ। ਪਰ ਕਹਿੰਦੇ ਮਾਲਕ ਤੋਂ ਵੱਡਾ ਦਾਤਾ ਕੋਈ ਨਹੀਂ। ਪਰ ਕਹਿੰਦੇ ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਇੱਛਾ ਨਹੀਂ ਵੀ ਮੇਰਾ ਨਾਂ ਹੋਵੇ। ਵੱਡਾ ਦਾਤਾ ਤਿਲ ਨਾ ਤਮਾਏ। ਤਮਾ ਨਹੀਂ, ਇੱਛਾ ਨਹੀਂ ਵੀ ਕੋਈ ਆਖੇ ਵੀ ਮੈਨੂੰ ਰੱਬ ਨੇ ਦਿੱਤਾ। ਉਹਨੂੰ ਇੱਛਾ ਨਹੀਂ ਹੈ। ਇੱਛਾ ਸਾਨੂੰ ਹੋ ਜਾਂਦੀ ਹੈ ਵੀ ਮੈਂ ਦਿੱਤਾ, ਲੋਕ ਮੇਰਾ ਨਾਂ ਨਹੀਂ ਬੋਲਿਆ। ਉਹ ਭੁੱਖਿਆ ਨਹੀਂ ਕਿਸੇ ਨੂੰ ਸੌਣ ਦਿੰਦਾ, ਸਭ ਨੂੰ ਰਿਜ਼ਕ ਪਹੁੰਚਾਉਂਦਾ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਪੱਥਰਾਂ ਤੱਕ ਕੀੜਿਆਂ ਤੱਕ ਵੀ ਰਿਜ਼ਕ ਪਹੁੰਚ ਰਿਹਾ। ਨਹੀਂ ਭੁੱਖਿਆ ਕਿਸੇ ਨੂੰ ਸੌਣ ਦਿੰਦਾ, ਉਹ ਸਭ ਨੂੰ ਰਿਜ਼ਕ ਪਹੁੰਚਾਉਂਦਾ ਏ। ਭੁੱਖਿਆ ਕਿਸੇ ਨੂੰ ਸੌਣ ਦਿੰਦਾ, ਉਹ ਸਭ ਨੂੰ ਰਿਜ਼ਕ ਪਹੁੰਚਾਉਂਦਾ ਏ। ਭੁੱਖਿਆ ਕਿਸੇ ਵੀ ਸੌਣ ਦਿੰਦਾ, ਉਹ ਸਭ ਨੂੰ ਰਿਜ਼ਕ ਪਹੁੰਚਾਉਂਦਾ ਏ। ਉਹ ਦਾਤਾ ਵੰਡ ਵੰਡ ਥੱਕਦਾ ਨਹੀਂ, ਨਾ ਦੇ ਕੇ ਫੇਰ ਸੁਣਾਉਂਦਾ ਏ। ਬਿਪਤਾ ਵਿੱਚ ਜੱਗ ਛੱਡ ਜਾਵੇ, ਜਿਸ ਬਿਪਤਾ ਵਿੱਚ ਜੱਗ ਛੱਡ ਜਾਵੇ, ਉਹਨੇ ਉਥੇ ਸਾਥ ਨਿਭਾਇਆ ਏ। ਉਹ ਕਣ ਕਣ ਵਿੱਚ ਸਮਾਇਆ ਏ, ਕਣ ਕਣ ਵਿੱਚ ਸਮਾਇਆ ਏ। ਉਹ ਕਣ ਕਣ ਵਿੱਚ ਸਮਾਇਆ ਏ, 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 ਉਹ ਕਣ ਕਣ ਵਿੱਚ ਸਮਾਇਆ ਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ
नहीं कोई। सतगुरु सानू ये समझाते ने, ये समझ गुरा एक दे बुझाई, सबना जियां का एक दाता, सो मैं विसर ना जाई। भगत नामदेव जी सानू ये समझा रहे ने, वख ना समझ, ਉਹੀ ਸਮਾਇਆ ਹੋਇਆ। ਪਰ ਇਹ ਸਮਝ ਕਦੋਂ ਲੱਗਦੀ ਹੈ? ਜਦੋਂ ਸਤਿਗੁਰੂ ਜੀ ਦੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ। ਕੱਲਾ ਪੜ੍ਹਦੇ ਹੀ ਨਹੀਂ, ਕੱਲਾ ਬਾਰ-ਬਾਰ ਉਹਨੂੰ ਪੜ੍ਹ ਕੇ ਹੀ ਨਹੀਂ ਚਲੇ ਜਾਂਦੇ, ਉਹਨੂੰ ਸਮਝਣੇ ਵੀ ਆ। ਕੱਲਾ ਸੁਣਦੇ ਹੀ ਨਹੀਂ, ਉਹਨੂੰ ਵਿਚਾਰਦੇ ਵੀ ਆ, ਮੰਨਦੇ ਵੀ ਆ, ਕੋਸ਼ਿਸ਼ ਕਰਦੇ ਆ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ। ਤਾਂ ਲਾਭ ਹੈ, ਤਾਂ ਫਾਇਦਾ ਹੈ। ਸੋ ਸਤ ਸੰਗਤ ਜੀ, ਇਹੀ ਸਤਿਗੁਰੂ ਦੀ ਬਾਣੀ ਬਾਰ-ਬਾਰ ਸਾਨੂੰ ਸਮਝਾਉਂਦੀ ਹੈ। ਤੇ ਆਓ ਕੱਲਾ ਪੜ੍ਹੀਏ ਨਾ, ਕੱਲਾ ਸੁਣੀਏ ਨਾ, ਵਿਚਾਰੀਏ ਵੀ ਤੇ ਮੰਨਣ ਦਾ ਵੀ ਯਤਨ ਕਰੀਏ। ਸਭ ਤੋਂ ਜਿਹੜੀ ਵੱਡੀ ਗੱਲ ਹੈ, ਆਪਣਾ ਮਨ ਬਣਾਈਏ, ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਬਣੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੇਹਾਂ ਕਬਰਾਂ ਮੜੀਆਂ ਮੱਟਾਂ ਮਸਾਣਾਂ ਦੀ ਪੂਜਾ ਕਰਨੀ ਛੱਡੀਏ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ का। ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਬਣਨਾ, ਦੇਹਾਂ ਕਬਰਾਂ ਮੜੀਆਂ ਮੱਟਾਂ ਮਸਾਣਾਂ ਦੀ ਪੂਜਾ ਨਹੀਂ ਕਰਨੀ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ, ਆਪਣਾ ਇਸ਼ਟ, ਆਪਣਾ ਰਹਿਬਰ ਮੰਨਣਾ ਹੈ। ਹੋਰ ਕਿਸੇ ਤੇ ਟੇਕ ਨਹੀਂ ਰੱਖਣੀ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੂਰ ਜਾਏ। ਇਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ। ਇਹ ਗਿਆਨ ਦੀ ਧੂੜ ਇਹ ਸੱਚੇ ਪਾਤਸ਼ਾਹ ਸਾਡੇ ਮਸਤਕ ਨੂੰ ਵੀ ਲੱਗੇ ਤੇ ਸਾਡੇ ਵੀ ਲੇਖ ਬਦਲ ਜਾਣ। ਆਓ ਜਿਹੜੀ ਧਾਰਨਾ ਪਹਿਲਾਂ ਪੜ੍ਹੀ ਸੀ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਗੱਜ ਕੇ ਨਾਲ ਸਾਰੀ ਸੰਗਤ ਸਾਥ ਦਿਓ, ਕੋਈ ਰਸਨਾ ਵਾਂਝੀ ਨਾ ਰਵੇ। ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ। ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ। ਜੀ ਸ਼ਾਨ ਨਿਰਾਲੀ ਦੇਖੀ ਤੇਰੇ ਦਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ। ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ। ਓ ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ। ਬੰਦ ਬੰਦ ਕਟਵਾ ਗਏ ਤਨ ਚਰਵਾ ਗਏ, ਬੰਦ ਕਟਵਾ ਗਏ ਤਨ ਚਰਵਾ ਗਏ, ਕਟਵਾ ਕੇ ਤਨ ਚਰਵਾ ਬੰਦ ਬੰਦ ਕਟਵਾ ਗਏ ਤਨ ਚਰਵਾ ਬੰਦ ਬੰਦ ਕਟਵਾ ਕੇ ਤਨ ਚਰਵਾ ਕੇ, ਬੰਦ ਬੰਦ ਕਟਵਾ ਕੇ ਤਨ ਚਰਵਾ ਕੇ। ਲੱਗੀਆਂ ਵਾਲੇ ਲੇਖੇ ਲਾਗੇ, 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 ਲੱਗੀਆਂ ਵਾਲੇ ਲੇਖੇ ਲਾਗੇ। ਉਹ ਜੋਧਿਆਂ ਕੋਲੋਂ ਦੇਖੀ ਹੋਣੀ ਵੀ ਹਰਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ। ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ, ਸ਼ਾਨ ਨਿਰਾਲੀ ਦੇਖੀ ਤੇਰੇ ਘਰ ਦੀ ਮੈਂ। ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਵੇਖੀ ਧੂੜ ਤੇਰੇ ਦਰ ਦੀ ਮੈਂ। ਓ ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ, ਲੇਖ ਬਦਲਦੀ ਦੇਖੀ ਧੂੜ ਤੇਰੇ ਦਰ ਦੀ ਮੈਂ। ਸਤਿਗੁਰੂ ਦੇ ਦਰਬਾਰ ਵਿੱਚ ਆਈਏ ਭਾਵਨਾ ਲੈ ਕੇ, ਸ਼ਰਧਾ ਲੈ ਕੇ, ਪਰ ਸਭ ਤੋਂ ਜ਼ਰੂਰੀ ਸਤਿਗੁਰੂ ਦੇ ਬਚਨਾਂ ਨੂੰ ਗਾਏ ਸੁਣੈ, ਅੰਖੈ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲਉ ਨਾ ਕਮਾਈਐ।
ਜਿੰਨਾ ਚਿਰ ਸਤਿਗੁਰੂ ਦੇ ਬਚਨ ਦੀ ਕਮਾਈ ਨਹੀਂ ਕਰਦੇ, ਸਤਿਗੁਰੂ ਕਹਿੰਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਸੋ ਆਓ ਬੋਲਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਸਤਿਗੁਰੂ ਅੱਗੇ ਅਰਦਾਸ ਕਰਿਓ, ਮਹਾਰਾਜ ਸਮਤ ਬਖਸ਼ਣ, ਆਪ ਜੀ ਦੇ ਚਰਨਾਂ ਅੰਦਰ ਹਾਜ਼ਰੀ ਭਰਨ ਦਾ ਬਲ ਉਦਮ ਉਤਸ਼ਾਹ ਬਖਸ਼ਣ। ਅਗਲੀ ਵਾਰ ਫੇਰ ਆਪ ਸਾਰੀ ਸੰਗਤ ਦੇ ਦਰਸ਼ਨ ਕਰਾਂਗੇ। ਸੋ ਸਾਰੀ ਸੰਗਤ ਦਾ ਧੰਨਵਾਦ। ਆਪ ਜੀ ਨੇ ਬੜੇ ਪ੍ਰੇਮ ਨਾਲ ਬੈਠ ਕੇ ਸਰਵਣ ਕੀਤਾ। ਕੋਟਾਨ ਕੋਟ ਵਾਰ ਸ਼ੁਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਆਓ ਸਭ ਜੀ ਦੀ ਬਾਣੀ ਦੇ ਜਾਪ ਹੋਣੇ ਨੇ, ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਬੋਲਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਖਿਮਾ ਕਰਿਓ। ਭਾਈ ਜਸਵਿੰਦਰ ਸਿੰਘ ਜੀ ਸ਼ਾਂਤ, ਜਿਹੜੇ ਬਹੁਤ ਜਿਨ੍ਹਾਂ ਦਾ ਢਾਡੀਆਂ ਦੇ ਵਿੱਚ ਨਾਮ ਹੈ, ਬੜੇ ਉੱਚ ਕੋਟੀ ਦੇ ਢਾਡੀ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਨੇ। ਉਹਨਾਂ ਨੇ ਵੀ ਅੱਜ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਹੈ। ਉਹਨਾਂ ਦਾ ਵੀ ਆਪਾਂ ਕੀਰਤਨ ਤੋਂ ਬਾਅਦ ਸਨਮਾਨ ਕਰਨਾ। ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ। ਸਾਰੀ ਸੰਗਤ ਦਾ ਧੰਨਵਾਦ। ਆਪ ਜੀ ਨੇ ਬੜੇ ਪ੍ਰੇਮ ਨਾਲ ਬੈਠ ਕੇ ਸਰਵਣ ਕੀਤਾ। ਅਗਲੀ ਵਾਰ ਫਿਰ ਆਪ ਦੇ ਦਰਸ਼ਨ ਕਰਾਂਗੇ। ਬੋਲਦਿਆਂ ਹੋ ਗਈਆਂ ਤਮਾਮ ਭੁੱਲਾਂ ਚੁੱਕਾਂ, ਖਿਮਾ ਕਰਿਓ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।